हेलो स्टूडेंट्स। न्यू होराइजन अकैडमी ਦੀ ਜਿਹੜੀ ਨੈਕਸਟ ਵੀਡੀਓ ਹੈ ਉਹ ਵੀ ਕਰੰਟ ਅਫੇਅਰਸ ਦੇ ਨਾਲ ਹੀ ਜੁੜੀ ਹੋਊਗੀ। ਕੱਲ ਆਪਾਂ 23rd ਆਫ ਅਕਤੂਬਰ ਦੇ ਜਿਹੜੇ ਕਰੰਟ ਅਫੇਅਰ ਸੀ ਉਹ ਕਵਰ ਕੀਤੇ ਸੀ। ਅੱਜ ਆਪਾਂ 24th ਅਕਤੂਬਰ ਦੇ ਜਿਹੜੇ ਕਰੰਟ ਅਫੇਅਰਸ ਉਹ ਕਵਰ ਕਰਨੇ ਆ। ਐਂਡ ਜੇ ਤੁਸੀਂ ਨਿਊ ਫਸਟ ਟਾਈਮ ਯੂਜ਼ਰ ਹੈਗੇ ਹੋ, ਨਿਊ ਹੋਰਾਈਜ਼ਨ ਅਕੈਡਮੀ ਕਪੂਰਥਲਾ ਦਾ ਵੈਬ ਪੋਰਟਲ ਤੁਸੀਂ ਪਹਿਲਾਂ ਯੂਜ਼ ਨਹੀਂ ਕੀਤਾ ਤਾਂ ਇੱਥੋਂ ਤੁਸੀਂ ਡਾਇਰੈਕਟਲੀ ਗੂਗਲ ਦੇ ਵਿੱਚ ਨਿਊ ਹੋਰਾਈਜ਼ਨ ਅਕੈਡਮੀ ਕਪੂਰਥਲਾ, ਨਿਊ ਹੋਰਾਈਜ਼ਨ KPT ਸਰਚ ਕਰੋ ਐਂਡ ਤੁਹਾਨੂੰ ਫਸਟ ਨੰਬਰ ਤੇ ਹੀ ਜਿਹੜਾ ਸਾਡਾ ਵੈਬ ਪੋਰਟਲ ਹੈ ਉਹ ਮਿਲ ਜਾਊਗਾ। ਉਹਦੇ ਤੇ ਕਲਿੱਕ ਕਰੋ ਤਾਂ ਸਾਡੀ ਜਿਹੜੀ ਵੈਬਸਾਈਟ ਹੈ ਓਪਨ ਹੁੰਦੀ ਹੈ। ਤੁਸੀਂ ਆਪਣਾ ਲੌਗਇਨ ਜਾਂ ਸਾਈਨ ਅਪ ਕਰਕੇ ਤੁਸੀਂ ਆਪਣਾ ਲੌਗਇਨ ਪੋਰਟਲ ਹੈ ਜਿਹੜਾ ਉਹ ਕ੍ਰੀਏਟ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਦੇ ਜਿਹੜੇ ਵੀ ਐਗਜ਼ਾਮਸ ਦੀ ਤੁਸੀਂ ਤਿਆਰੀ ਕਰਦੇ ਪਏ ਹੋ ਉਹ ਐਗਜ਼ਾਮਸ ਤੁਸੀਂ ਪ੍ਰੀਪੇਅਰ ਕਰ ਸਕਦੇ ਹੋ। ਜਿਹੜੇ ਬੱਚੇ ਬੈਂਕਿੰਗ ਦੀ ਤਿਆਰੀ ਕਰਦੇ ਪਏ ਆ ਉਹਨਾਂ ਲਈ ਬਹੁਤ ਵਧੀਆ ਆਪਸ਼ਨ ਹੈਗਾ, ਕਿਉਂਕਿ ਜੇ ਤੁਸੀਂ ਬੈਂਕਿੰਗ ਦੀ ਟੈਸਟ ਸੀਰੀਜ਼ ਪਰਚੇਜ਼ ਕਰਦੇ ਹੋ ਤਾਂ ਸਿਰਫ 99 ਰੁਪੀਜ਼ ਦੇ ਵਿੱਚ ਤੁਹਾਨੂੰ ਮੋਰ ਦੈਨ 8000 ਟੈਸਟ ਓਪਨ ਹੋ ਜਾਂਦੇ ਆ। ਬੈਂਕਿੰਗ ਦੀ ਟੈਸਟ ਸੀਰੀਜ਼ ਪਰਚੇਜ਼ ਕਰਨ ਤੇ ਸਾਰੇ ਬੈਂਕਸ ਜਿੰਨੇ ਵੀ ਐਗਜ਼ਾਮਸ ਆਪਣੇ ਹੁਣ ਤੱਕ ਹੋਏ ਆ ਉਹ ਐਗਜ਼ਾਮਸ ਜਿਹੜੇ ਇਹਦੇ ਵਿੱਚ ਅਵੇਲੇਬਲ ਹੋ ਜਾਂਦੇ। ਤਾਂ ਬੈਂਕਿੰਗ ਸੀਰੀਜ਼ ਦੇ ਵਿੱਚ ਆਲਮੋਸਟ 8000 ਜਿਹੜੇ ਟੋਟਲ ਟੈਸਟ ਪਏ ਹੈ। ਸਿਮਿਲਰਲੀ SSC ਦਾ ਵੀ ਇਦਾਂ ਹੀ ਹੈ। ਜੇ ਤੁਸੀਂ SSC ਦਾ ਪੈਕ ਖਰੀਦਦੇ ਹੋ ਤਾਂ ਉਹਦੇ ਵਿੱਚ 99 ਰੁਪੀਜ਼ ਦੇ ਵਿੱਚ 1 ਮੰਥ ਦੇ ਲਈ ਤੁਹਾਨੂੰ ਅਰਾਊਂਡ 8000 ਦੇ ਨੇੜੇ ਟੈਸਟ ਮਿਲ ਜਾਣਗੇ, ਜਿਹਦੇ ਵਿੱਚ SSC, CGL, GD, CHSL ਜਿਹੜੇ ਵੀ SSC ਐਗਜ਼ਾਮਸ ਹੈ ਉਹਨਾਂ ਦੀ ਤਿਆਰੀ ਤੁਸੀਂ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਕਰੰਟ ਅਫੇਅਰਸ ਦੀ। ਤਾਂ ਜੇ ਤੁਸੀਂ ਵੈਬਸਾਈਟ ਨੂੰ ਯੂਜ਼ ਕਰਕੇ ਕਰੰਟ ਅਫੇਅਰਸ ਪ੍ਰੀਪੇਅਰ ਕਰਨੇ ਆ ਤਾਂ ਤੁਸੀਂ ਬਿਲਕੁਲ ਵੈਬਸਾਈਟ ਦੀ ਸਟਾਰਟਿੰਗ ਤੋਂ ਹੀ ਦੇਖੋਗੇ ਕਿ ਇੱਥੇ ਲੈਫਟ ਸਾਈਡ ਤੇ ਕਰੰਟ ਅਫੇਅਰਸ ਦਾ ਟੌਪਿਕ ਆਉਂਦਾ ਪਿਆ। ਇੱਥੋਂ ਤੁਸੀਂ ਕਰੰਟ ਅਫੇਅਰਸ ਨੂੰ ਓਪਨ ਕਰੋਗੇ, ਆਪਣੀ ਮਰਜ਼ੀ ਨਾਲ ਜਿਹੜੀ ਵੀ ਡੇਟ ਤੇ ਕਰੰਟ ਅਫੇਅਰਸ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ। ਇਹਦੇ ਤੇ ਬਹੁਤ ਜ਼ਿਆਦਾ ਐਂਡ ਤੱਕ ਕਰੰਟ ਅਫੇਅਰਸ ਅਵੇਲੇਬਲ ਹੈ। ਐਂਡ ਉਸ ਤੋਂ ਇਲਾਵਾ ਜੇ ਤੁਸੀਂ ਕਰੰਟ ਅਫੇਅਰਸ ਦੇ ਟੈਸਟ ਵੀ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਵੈਬਸਾਈਟ ਤੇ ਮਿਲ ਜਾਣਗੇ। ਜਿਵੇਂ ਤੁਸੀਂ ਇਹਦੇ ਤੇ ਟੈਸਟ ਸੀਰੀਜ਼ ਵਾਲੇ ਬਾਕਸ ਦੇ ਵਿੱਚ ਜਾ ਕੇ ਕਰੰਟ ਅਫੇਅਰਸ ਦੀ ਟੈਸਟ ਸੀਰੀਜ਼ ਜੇ ਖੋਲੋਗੇ ਤਾਂ ਉਹਦੇ ਵਿੱਚ ਤੁਹਾਨੂੰ 2023 2024 ਦੇ ਸਾਰੇ ਜਨਵਰੀ ਫਰਵਰੀ ਤੋਂ ਲੈ ਕੇ ਸਾਰੇ ਕਰੰਟ ਅਫੇਅਰ ਜਿਹੜੇ ਉਹ ਸ਼ੋ ਹੋ ਜਾਣਗੇ। ਹੁਣ ਇਹਦੇ ਵਿੱਚੋਂ 2024 ਦੇ ਆਲਰੇਡੀ 8 ਟੈਸਟ ਪੇਪਰ ਹੈ, ਜਿਹਦੇ ਵਿੱਚ ਜਨਵਰੀ ਫਰਵਰੀ ਮਾਰਚ ਅਪ੍ਰੈਲ ਤਾਂ ਹੁਣ ਤੱਕ ਜਿੰਨੇ ਵੀ ਮੰਥਸ ਨਿਕਲੇ ਉਹਨਾਂ ਦੇ ਹਿਸਾਬ ਨਾਲ ਅਗਸਤ ਤੱਕ ਟੈਸਟ ਸਾਡੇ ਕੋਲ ਅਵੇਲੇਬਲ ਹੈ। 60 ਕੁਐਸਚਨਸ ਹੈ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨਸ ਈਚ ਮੰਥ ਦੇ ਵਿੱਚ ਹੈ ਉਹ ਸਾਰੇ ਇਹਦੇ ਥਰੂ ਕਵਰ ਹੋ ਜਾਣਗੇ। ਉਸ ਤੋਂ ਇਲਾਵਾ ਜੇ ਤੁਸੀਂ ਪੁਰਾਣੇ ਟੈਸਟ ਵੀ ਪ੍ਰੀਪੇਅਰ ਕਰਨਾ ਚਾਹੁੰਦੇ ਹੋ ਜਿਹੜੇ ਆਲਰੇਡੀ ਆ ਚੁੱਕੇ ਹੈ ਟੈਸਟ ਦੇ ਵਿੱਚ ਤਾਂ ਉਹ ਵੀ ਤੁਸੀਂ ਇਹਦੇ ਤੋਂ ਹੀ ਪ੍ਰੀਪੇਅਰ ਕਰ ਸਕਦੇ ਹੋ। ਹੁਣ ਦੁਬਾਰਾ ਆਪਾਂ ਚੱਲਦੇ ਹਾਂ ਕਰੰਟ ਅਫੇਅਰਸ ਜੋ ਕਿ 24th ਆਫ ਅਕਤੂਬਰ ਵਾਲੇ ਤਾਂ ਨਿਊ ਹੋਰਾਈਜ਼ਨ ਅਕੈਡਮੀ ਦਾ ਬੇਸ ਪੇਜ ਹੋਮ ਪੇਜ ਤੇ ਕਰੰਟ ਅਫੇਅਰਸ ਦੇ ਜਿਹੜੇ ਆਪਸ਼ਨ ਹੈ ਉੱਤੇ ਜਾ ਕੇ ਆਪਾਂ 24th ਆਫ ਅਕਤੂਬਰ ਦੇ ਜਿਹੜੇ ਕਰੰਟ ਅਫੇਅਰਸ ਹੈ ਜੋ ਡਿਸਕਸ ਕਰਨੇ ਹੈ। ਤੇ ਇਹਦੇ ਵਿੱਚ ਫਰਸਟ ਆਉਂਦਾ ਪਿਆ CCPA issues guidelines for prevention and regulation of greenwashing or misleading environmental claims। ਜਿਹੜੀਆਂ ਵੀ ਕੰਪਨੀਆਂ ਕੁਝ ਝੂਠੇ ਦਾਅਵੇ ਕਰਦੀਆਂ ਕਿ ਉਹ ਉਹਨਾਂ ਦੇ ਜਿਹੜੇ ਪ੍ਰੋਡਕਟਸ ਹੈ ਉਹ এনवायरमेंट ਦੇ ਲਈ ਯੂਜ਼ਫੁਲ ਹੈ, ਉਹ ਸਾਰਾ ਇਹਦੇ ਅੰਡਰ ਆਊਗਾ। CCPA ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ CCPA ਨੇ ਗਾਈਡਲਾਈਨਸ ਰਿਲੀਜ਼ ਕੀਤੀਆਂ। ਉਹਨਾਂ ਦਾ ਟਾਈਟਲ ਕੀ ਹੈ? Guidelines for Prevention and Regulation of Greenwashing or Misleading Environmental Claims 2024। ਐਂਡ ਇਹ ਚੀਜ਼ ਦੀ ਕੋਸ਼ਿਸ਼ ਕੀ ਸੀਗੀ? ਦੇ ਵਰ ਏਮਡ ਐਟ ਪ੍ਰੀਵੈਂਟਿੰਗ ਔਰ ਰੈਗੂਲੇਟਿੰਗ ਗ੍ਰੀਨ ਵਾਸ਼ਿੰਗ ਔਰ ਮਿਸਲੀਡਿੰਗ এনवायरमेंटल ਕਲੇਮਸ। ਜਿਹੜੀਆਂ ਵੀ ਕੰਪਨੀਆਂ ਝੂਠੇ ਦਾਅਵੇ ਕਰਦੀਆਂ ਕਿ ਉਹਨਾਂ ਦੇ ਪ੍ਰੋਡਕਟਸ ਹੈ ਜਿਹੜੇ এনवायरमेंट ਫ੍ਰੈਂਡਲੀ ਹੈ ਜਾਂ এনवायरमेंट ਨੂੰ ਫਾਇਦਾ ਪਹੁੰਚਾਉਂਦੇ ਆ, ਉਹਨਾਂ ਦੇ ਅਗੇਂਸਟ guidelines ਜਿਹੜੀਆਂ ਉਹ ਇਸ਼ੂ ਕੀਤੀਆਂ ਗਈਆਂ। This initiative addresses the growing concern over false marketing practices। ਜਿਹੜੀਆਂ ਵੀ ਕੰਪਨੀਆਂ ਝੂਠੇ ਵਾਅਦੇ ਕਰਦੀਆਂ ਉਹਨਾਂ ਦੇ ਅਗੇਂਸਟ ਗਾਈਡਲਾਈਨਸ ਜਿਹੜੀਆਂ ਤਿਆਰ ਕੀਤੀਆਂ ਗਈਆਂ। ਐਂਡ ਦੇ ਐਨਕਰੇਜ ਸਸਟੇਨੇਬਲ ਬਿਜ਼ਨਸ ਪ੍ਰੈਕਟਿਸਿਸ। ਇਹਨਾਂ ਗਾਈਡਲਾਈਨਸ ਦੇ ਵਿੱਚ ਕੁਝ ਇਦਾਂ ਦੇ ਰੂਲਸ ਦਿੱਤੇ ਗਏ ਆ ਜਿਨ੍ਹਾਂ ਦੇ ਨਾਲ ਸਸਟੇਨੇਬਲ ਬਿਜ਼ਨਸ ਪ੍ਰੈਕਟਿਸਿਸ ਜਿਹੜੀ ਉਹਨਾਂ ਨੂੰ ਵਧਾਵਾ ਮਿਲੂਗਾ। ਕਮੇਟੀ ਲੈਡ ਬਾਈ ਨਿਧੀ ਖਾਰੇ ਜੋ ਕਿ ਆਪਣੇ ਸੈਕਟਰੀ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਹੈ, ਮਿਨਿਸਟਰੀ ਆਫ ਕੰਜ਼ਿਊਮਰਸ ਅਫੇਅਰ ਦੇ ਵਿੱਚੋਂ, ਤੇ ਉਹਨਾਂ ਦੇ ਜਿਹੜੇ ਮੈਂਬਰ ਸੀਗੇ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚੋਂ, ਉਹਨਾਂ ਨੇ ਇਹ ਗਾਈਡਲਾਈਨਸ ਤਿਆਰ ਕੀਤੀਆਂ। ਹੁਣ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਦੇ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਡਿਪਾਰਟਮੈਂਟ ਦੇ ਕੁਝ ਖਾਸ ਜਾਣਕਾਰੀ। ਉਹਨਾਂ ਦੇ ਹੈੱਡ ਕੌਣ ਹੈ? ਯੂਨੀਅਨ ਮਿਨਿਸਟਰ ਪ੍ਰਹਿਲਾਦ ਜੋਸ਼ੀ ਜੋ ਕਿ ਕਰਨਾਟਕਾ ਦੀ ਧਾਰਵਾੜ ਕੌਂਸਟੀਚੁਐਂਸੀ ਤੋਂ ਬਿਲੋਂਗ ਕਰਦੇ ਹੈ। ਦੈਨ ਮਿਨਿਸਟਰ ਆਫ ਸਟੇਟ ਦੇ ਵਿੱਚ ਕੌਣ ਹੈ? ਬਨਵਾਰੀ ਲਾਲ ਵਰਮਾ ਜੋ ਕਿ ਰਾਜ ਸਭਾ ਮੈਂਬਰ ਹੈ ਉੱਤਰ ਪ੍ਰਦੇਸ਼ ਤੋਂ। ਐਂਡ ਨੀਮੂਬੇਨ ਜਯੰਤੀਬੇਨ ਬੰਬਾਨੀਆ ਜੋ ਕਿ ਭਾਵਨਗਰ ਕੌਂਸਟੀਚੁਐਂਸੀ ਗੁਜਰਾਤ ਤੋਂ ਹੈ।
ਇਹਦੀ ਜੇ ਪੂਰੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇੱਥੇ ਰੀਡ ਫੁੱਲ ਨਿਊਜ਼ ਤੇ ਕਲਿੱਕ ਕਰਕੇ ਇਹਨੂੰ ਹੋਰ ਪੜ੍ਹ ਸਕਦੇ ਹੋ। ਅਦਰਵਾਈਜ਼ ਬੇਸਿਕ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਥੋਂ ਤੁਹਾਨੂੰ ਮਿਲ ਜੂਗੀ। ਨੈਕਸਟ ਇਸ ਜਿਹੜੀ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਇਹ ਕਿੱਥੇ ਜਾਰੀ ਕੀਤੀਆਂ ਗਈਆਂ ਸੌਰੀ ਉਸ ਤੋਂ ਅਗਲਾ ਨੈਕਸਟ ਆਪਣਾ ਆ ਜਾਂਦਾ ਹੈ ਗਵਰਨਮੈਂਟ ਆਫ ਇੰਡੀਆ ਐਂਡ ਗਲੋਬਲ ਬਾਇਓਫਿਊਲਸ ਅਲਾਈਅੰਸ। ਗਵਰਨਮੈਂਟ ਆਫ ਇੰਡੀਆ ਤੇ ਗਲੋਬਲ ਬਾਇਓਫਿਊਲਸ ਅਲਾਈਅੰਸ ਨੇ ਆਪਸ ਦੇ ਵਿੱਚ ਇੱਕ ਐਗਰੀਮੈਂਟ ਕੀਤੀ ਹੈ ਜਿਹਦੇ ਵਿੱਚ ਗਲੋਬਲ ਬਾਇਓਫਿਊਲਸ ਅਲਾਈਅੰਸ ਆਪਣਾ ਆਫਿਸ ਓਪਨ ਕਰੂਗੀ ਇੰਡੀਆ ਦੇ ਵਿੱਚ। The government of India has signed a host country agreement, HCA, host country agreement. Host country ਜਿਵੇਂ ਇੰਡੀਆ ਉਹਨਾਂ ਨੂੰ ਮੌਕਾ ਦਊਗੀ ਆਪਣੇ ਏਰੀਆ ਦੇ ਵਿੱਚ ਉਹ ਕੰਪਨੀ ਓਪਨ ਕਰਨ ਦਾ। ਤਾਂ ਉਹ ਕਿਹਨਾਂ ਨਾਲ ਐਗਰੀਮੈਂਟ ਹੋਈ ਹੈ ਗਲੋਬਲ ਬਾਇਓਫਿਊਲਸ ਅਲਾਈਅੰਸ ਨਾਲ ਐਂਡ ਉਹ ਅਫੀਸ਼ੀਅਲੀ ਆਪਣਾ ਇੱਥੇ ਆਫਿਸ ਐਸਟੈਬਲਿਸ਼ ਕਰਨਗੇ। ਇਹ ਜਿਹੜੀ ਸੈਰੇਮਨੀ ਸੀਗੀ ਐਗਰੀਮੈਂਟ ਇੱਕ ਸੈਰੇਮਨੀ ਦੇ ਦੌਰਾਨ ਸਾਈਨ ਕੀਤੀ ਗਈ ਜੋ ਕਿ ਨਿਊ ਦਿੱਲੀ ਦੇ ਵਿੱਚ ਹੋਈ। ਉਸ ਤੋਂ ਅੱਗੇ ਇਹ ਜਿਹੜਾ ਇਨੀਸ਼ੀਏਟਿਵ ਹੈ ਬਾਇਓਫਿਊਲਸ ਨੂੰ ਪ੍ਰਮੋਟ ਕਰਨ ਦੇ ਲਈ ਯੂਜ਼ ਕੀਤਾ ਜਾਊਗਾ। ਸਿਗਨੇਟਰੀਜ਼ ਕਿਹੜੇ ਆਫਿਸਰਸ ਉੱਥੇ ਅਵੇਲੇਬਲ ਸੀ ਜਦੋਂ ਇਹ ਡੀਲ ਸਾਈਨ ਹੋਈ ਹੈ ਤਾਂ ਐਗਰੀਮੈਂਟ ਵਾਸ ਸਾਈਨਡ ਬਾਈ ਦਾਮੂ ਰਵੀ ਜੋ ਕਿ ਸੈਕਟਰੀ ਹੈ ਇਕਨੋਮਿਕ ਰਿਲੇਸ਼ਨਸ ਦੇ ਐਂਡ ਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਪੰਕਜ ਜੈਨ ਜੋ ਕਿ ਸੈਕਟਰੀ ਹੈ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ ਦੇ ਤੇ ਉਹ ਕਰੰਟਲੀ ਇੰਟਰਿਮ ਡਾਇਰੈਕਟਰ ਜਨਰਲ ਆਫ GBA ਵੀ ਹੈਗੇ। ਦੈਨ ਕੀ ਪੁਆਇੰਟਸ the agreement following union cabinet approval on October 3 ਤੇ ਇਹਦੇ ਲਈ ਅਪਰੂਵਲ ਕਦੋਂ ਮਿਲ ਗਿਆ ਸੀ 3 ਅਕਤੂਬਰ ਤੋਂ ਅਪਰੂਵਲ ਮਿਲ ਗਿਆ ਸੀ ਇਹਦਾ ਐਂਡ ਇਹਦੇ ਨਾਲ ਕੀ ਹੋਗਾ GBA ਸੈਕਟਰੀਏਟ ਆਪਣਾ ਆਫਿਸ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਆਪਰੇਟ ਕਰ ਪਾਊਗਾ। ਦਿਸ ਵਿਲ ਫੈਸਿਲਿਟੇਟ ਦ ਅਲਾਈਅੰਸ ਮਤਲਬ ਇਹ ਜਿਹੜੀ ਪਾਰਟਨਰਸ਼ਿਪ ਹੈ ਇਹਦੇ ਨਾਲ ਇਹ ਬਾਇਓਫਿਊਲਸ ਨੂੰ ਪ੍ਰਮੋਟ ਕਰਨਗੇ ਗਲੋਬਲ ਸਕੇਲ ਦੇ ਵਿੱਚ। ਦ HCA ਹੋਮ ਕੰਟਰੀ ਐਗਰੀਮੈਂਟ ਜਿਹੜੀ ਹੈ ਇਹਦੇ ਨਾਲ GBA ਨੂੰ ਸਾਰੇ ਲੀਗਲ ਰਾਈਟਸ ਮਿਲਣਗੇ ਕਿ ਉਹ ਆਪਣਾ ਕੰਮ ਇੱਥੇ ਵਰਕ ਕਰਵਾ ਸਕਦੇ ਇਨਕਲੂਡਿੰਗ ਦ privileges and immunities under the United Nations Privileges and Immunities Act of 1947 ਤਾਂ ਉਹਦੇ ਨਾਲ ਕੀ ਹੈ ਇਹ ਕੰਪਨੀ ਫ੍ਰੀਲੀ ਇੰਡੀਆ ਦੇ ਵਿੱਚ ਇੰਡੀਅਨ ਲੀਗਲ ਫਰੇਮਵਰਕ ਦੇ ਅਕੋਰਡਿੰਗ ਕੰਮ ਕਰ ਪਾਊਗੀ। ਉਸ ਤੋਂ ਅੱਗੇ ਅਬਾਊਟ ਦ ਗਲੋਬਲ ਫਿਊਲਸ ਬਾਇਓਫਿਊਲਸ ਅਲਾਈਅੰਸ ਗਲੋਬਲ ਬਾਇਓਫਿਊਲ ਅਲਾਈਅੰਸ ਕੀ ਹੈ GBA ਵਾਸ ਲਾਂਚਡ ਇਨ ਇੰਡੀਆ ਡਿਊਰਿੰਗ ਇਟਸ G20 ਪ੍ਰੈਜ਼ੀਡੈਂਸੀ in 2023 ਜਦੋਂ ਇੰਡੀਆ G20 ਦਾ ਪ੍ਰੈਜ਼ੀਡੈਂਟ ਸੀਗਾ ਤਾਂ GBA ਨੂੰ ਇੰਡੀਆ ਨੇ ਹੀ ਲਾਂਚ ਕੀਤਾ ਸੀ ਐਂਡ ਉੱਥੇ ਇੰਡੀਅਨ ਪ੍ਰਾਈਮ ਮਿਨਿਸਟਰ ਮਿਸਟਰ ਨਰਿੰਦਰ ਮੋਦੀ ਵਾਸ ਦ ਮੇਨ ਲੀਡਰ ਤੇ ਉੱਥੇ ਹੋਰ ਲੀਡਰ ਸੀਗੇ ਅਰਜਨਟੀਨਾ ਬੰਗਲਾਦੇਸ਼ ਬ੍ਰਾਜ਼ੀਲ ਇਟਲੀ ਮੌਰੀਸ਼ੀਅਸ ਸਿੰਗਾਪੁਰ ਯੂਨਾਈਟਿਡ ਅਰਬ ਐਮੀਰੇਟਸ ਐਂਡ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ। एक मल्टी स्टेक होल्डर इनिशिएटिव है ਜਿਹਦੇ ਵਿੱਚ ਗਵਰਨਮੈਂਟਸ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਤੇ ਅਲੱਗ-ਅਲੱਗ ਇੰਡਸਟਰੀਜ਼ ਹਿੱਸਾ ਲੈਣਗੇ। GBA aims to bind together largest biofuel producers and consumers to accelerate the development and deployment of biofuels। ਤੇ ਇਹਦਾ ਆਪਣਾ ਬੇਸਿਕ ਮੋਟਿਵ ਕੀ ਹੈ ਕਿ ਜਿੰਨੇ ਵੀ ਇੰਟਰਨੈਸ਼ਨਲ ਪਲੇਅਰਸ ਹੈਗੇ ਆ ਜਿੰਨੀਆਂ ਵੀ ਵੱਡੀਆਂ ਇੰਟਰਨੈਸ਼ਨਲ ਏਜੰਸੀਜ਼ ਬਾਇਓਫਿਊਲ ਦੇ ਨਾਲ ਜੁੜੀਆਂ ਹੋਈਆਂ ਉਹ ਇਕੱਠੀਆਂ ਰਲਣ ਤੇ ਇਹਨੂੰ ਇੱਕ ਵੱਡੇ ਪੱਧਰ ਤੇ ਬਾਇਓਫਿਊਲਸ ਨੂੰ ਪ੍ਰਮੋਟ ਕੀਤਾ ਜਾਵੇ। ਇਹਦੇ ਵਿੱਚ ਕਰੰਟਲੀ 27 ਕੰਟਰੀਜ਼ ਮੈਂਬਰ ਹੈ ਤੇ 12 ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਇਹਦਾ ਹਿੱਸਾ ਹੈਗੀਆਂ। ਅਬਾਊਟ ਮਿਨਿਸਟਰੀ ਆਫ ਪੈਟਰੋਲੀਅਮ ਤੇ ਮਿਨਿਸਟਰੀ ਆਫ ਪੈਟਰੋਲੀਅਮ ਦੇ ਆਪਣੇ ਹੈੱਡ ਹੈਗੇ ਆ ਹਰਦੀਪ ਸਿੰਘ ਪੁਰੀ ਜੋ ਕਿ ਰਾਜ ਸਭਾ ਮੈਂਬਰ ਹੈ ਉੱਤਰ ਪ੍ਰਦੇਸ਼ ਤੋਂ ਐਂਡ ਮਿਨਿਸਟਰੀ ਆਫ ਸਟੇਟ ਹੈ ਸੁਰੇਸ਼ ਗੋਪੀ ਜੋ ਕਿ ਥ੍ਰਿਸੁਰ ਕੇਰਲਾ ਦੀ ਕਨਸਟੀਚੁਐਂਸੀ ਤੋਂ ਹੈ। ਦੈਨ ਉਸ ਤੋਂ ਅਗਲਾ ਨੈਕਸਟ ਆ ਗਿਆ ਮਿਨਿਸਟਰੀ ਆਫ ਐਜੂਕੇਸ਼ਨ ਮਿਨਿਸਟਰ Dharmendra Pradhan announces 3 centers of excellence in AI in healthcare, agriculture and sustainable cities। ਤਾਂ artificial intelligence ਜੋ ਕਿ ਇੱਕ ਬਹੁਤ ਮੇਨ ਟੌਪਿਕ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਉਹਨੂੰ ਲੈ ਕੇ 3 centers of excellence ਓਪਨ ਕਰਨ ਜਾ ਰਹੇ ਹੈ ਜਿਹਦੇ ਵਿੱਚ healthcare, agriculture and sustainable cities ਦੇ ਉੱਤੇ ਰਿਸਰਚ ਐਂਡ ਵਰਕ ਕੀਤਾ ਜਾਊਗਾ। 15 ਅਕਤੂਬਰ 2024 ਨੂੰ ਯੂਨੀਅਨ ਮਿਨਿਸਟਰ ਧਰਮੇਂਦਰ ਪ੍ਰਧਾਨ ਨੇ ਜੋ ਕਿ ਆਪਣੇ ਮਿਨਿਸਟਰੀ ਆਫ ਐਜੂਕੇਸ਼ਨ ਹੈ ਮਿਨਿਸਟਰ ਆਫ ਐਜੂਕੇਸ਼ਨ ਹੈ ਉਹਨਾਂ ਨੇ ਅਨਾਉਂਸ ਕੀਤਾ ਕਿ 3 ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਟਰ ਆਫ ਐਕਸਲੈਂਸ ਜਿਹੜੇ ਉਹ ਓਪਨ ਕੀਤੇ ਜਾਣਗੇ ਜੋ ਕਿ ਹੈਲਥ ਕੇਅਰ ਐਗਰੀਕਲਚਰ ਤੇ ਸਸਟੇਨੇਬਲ ਸਿਟੀਜ਼ ਤੇ ਵਰਕ ਕਰਨਗੇ ਐਂਡ ਇਹ ਵੀ ਜਿਹੜੀ ਅਨਾਉਂਸਮੈਂਟ ਹੈ ਨਿਊ ਦਿੱਲੀ ਦੇ ਵਿੱਚ ਹੋਈ। ਇਹਦਾ ਕੰਮ ਕੀ ਹੈ ਇਹਦਾ ਏਮ ਹੈਗਾ ਟੂ ਐਨਹਾਂਸ ਇੰਡੀਆਜ਼ ਕੈਪੇਬਿਲਿਟੀ ਇਨ AI ਡਰਿਵਨ ਰਿਸਰਚ ਐਂਡ ਇਨੋਵੇਸ਼ਨ। AI ਦੇ ਨਾਲ ਜੁੜੀ ਰਿਸਰਚ ਐਂਡ ਇਨੋਵੇਸ਼ਨ ਨੂੰ ਵਧਾਵਾ ਦੇਣ ਦੇ ਲਈ ਇੰਡੀਆ ਦੇ ਵਿੱਚ ਇਹਦੇ ਮੇਨ ਕੀ ਪੁਆਇੰਟਸ these centers of excellence are announced under para 60 of budget announcement 2023 ਤੋਂ 2024 2023-24 ਦੇ ਬਜਟ ਦੇ ਦੌਰਾਨ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ। Then the government of India has allocated 990 crore for these centers। ਤੇ ਇਹਨਾਂ 3 centers ਦੇ ਲਈ 990 ਕਰੋੜ ਰੁਪਇਆ ਅਲੱਗ ਤੋਂ ਗਵਰਨਮੈਂਟ ਨੇ ਐਲੋਕੇਟ ਕੀਤਾ ਜੋ ਕਿ ਅਗਲੇ 5 ਸਾਲਾਂ ਦੇ ਵਿੱਚ ਯੂਜ਼ ਕੀਤਾ ਜਾਊਗਾ। 2023 ਤੋਂ
2024 तक एंड उस तो बाद 2028 तक ये जिहड़ी मनी है जिहड़ा फंड्स है इन्हां नूं यूज किया जाऊगा। An industry heavy apex committee co-chaired by Sridhar Vembu, founder and chief executive officer of Zoho Corporation, will oversee the implementation of this initiative. तो जेडे श्रीधर वेंबू है जो कि Zoho Corporation ਦੇ CEO है ਉਹ ਇਸ ਚੀਜ਼ ਦਾ ਧਿਆਨ ਰੱਖਣਗੇ। ਨੈਕਸਟ ਉਸ ਤੋਂ ਅਗਲਾ ਆਪਣਾ ਹੁੰਦਾ ਪਿਆ ਅਬਾਊਟ ਦ COEs ਸੈਂਟਰ ਆਫ ਐਕਸੀਲੈਂਸ ਬਾਰੇ ਕੁਝ ਇਨਫੋਰਮੇਸ਼ਨ। So the COEs will be led by top educational institutes in consortium with industry partners and startups. ਇਹਨਾਂ ਦਾ ਹਿੱਸਾ ਕੌਣ ਹੋਊਗਾ? Top educational institutes and industry partners ਇਹਨਾਂ ਦਾ ਹਿੱਸਾ ਬਣਨਗੇ। Indian Institute of Technology, IIT Delhi, AIIMS, All India Institute of Medical Sciences, New Delhi, healthcare ਦੇ ਵਰਕ ਕਰਨਗੇ ਇਹਦੇ ਲਈ। ਐਗਰੀਕਲਚਰ ਦੇ ਵਿੱਚ IIT ਰੋਪੜ ਪੰਜਾਬ ਵਰਕ ਕਰੂਗਾ ਇਹਦੇ ਵਿੱਚ ਐਂਡ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ IIT ਕਾਨਪੁਰ ਉੱਤਰ ਪ੍ਰਦੇਸ਼। यूनियन मिनिस्टर प्रधान ने एक सैपलिंग मतलब एक छोटा जा बूटा दिता एंड प्लाक टू रिप्रेजेंटेटिव्स ऑफ एम्स एंड IIT दिल्ली, IIT रोपड़ एंड IIT कानपुर। मतलब वो जेडे उस जगह दी रिप्रेजेंटेटिव सीगे उन्हां नूं एक सैपलिंग ते कुछ मतलब निशानी वजों प्रेजेंट किया गया। The Center of Excellence will conduct interdisciplinary research to develop cutting edge applications, मतलब new applications and artificial intelligence ਨੂੰ develop ਕਰਨ ਲਈ ਨਵੇਂ ਤਰੀਕੇ ਕੱਢੇ ਜਾਣਗੇ। This initiative aligns with the government's broader vision, make AI in India, make AI work for India। ਤੇ ਇੰਡੀਆ ਦੀ ਜਿਹੜੀ ਸਕੀਮ ਹੈ make AI in India and make AI work for India ਉਹਦੇ ਤਹਿਤ ਕੰਮ ਕਰੂਗਾ। ਨੈਕਸਟ ਆਪਣੀ ਇਸ ਤੋਂ ਅਗਲੀ ਆ ਜਾਂਦੀ ਹੈ DPIIT relaxes mandatory control order for cookware and utensils for micro units in the DPIIT ने quality control ਦੇ ਜਿਹੜੇ cookware ਦੇ quality control ਜਾਂ ਬਰਤਨ ਬਣਾਉਣ ਵਾਸਤੇ ਜਿਹੜੇ quality control ਦੇ orders ਹੈ ਉਹਨਾਂ ਨੂੰ ਰਿਲੈਕਸ ਕਰਤਾ, ਉਹਨਾਂ ਦੇ ਜਿਹੜੇ ਰੂਲਸ ਆ ਥੋੜੇ ਜਿਹੇ ਹਲਕੇ ਕਰਤੇ। On 15th October 2024, the Department of Promotion of Industry and Internal Trade, DPIIT, the Department of Promotion of Industry and Internal Trade, DPIIT, and Ministry of Commerce and Industry announced significant relaxation in the quality control order for cookware and utensils, specifically targeting micro units। ਜਿਹੜੇ ਛੋਟੀਆਂ ਫੈਕਟਰੀਜ਼ ਇਹਨਾਂ ਚੀਜ਼ਾਂ ਨੂੰ ਬਣਾਉਂਦੀਆਂ ਉਹਨਾਂ ਦੇ ਲਈ ਇਹਨਾਂ ਦੇ ਰੂਲਸ ਜਿਹੜੇ ਉਹ ਹਲਕੇ ਕਰਤੇ। The quality control order was extended with the amendment in the name quality control order, that is cookware, utensils and cans for foods and beverages quality control order 2024। ਤਾਂ ਇਹ ਜਿਹੜਾ ਇਸ ਨਾਮ ਦੇ ਅੰਦਰ ਇਹਨੂੰ ਐਕਸਟੈਂਡ ਕੀਤਾ ਗਿਆ, ਚਲਾਇਆ ਗਿਆ, which was notified on 15th March। ਤਾਂ ਪਹਿਲਾਂ ਇਹਦੀ ਜਿਹੜੀ ਪਹਿਲੀ ਅਨਾਉਂਸਮੈਂਟ ਇਸ ਚੀਜ਼ ਦੀ ਹੋਈ ਸੀਗੀ ਉਹ 15 ਮਾਰਚ 2024 ਨੂੰ ਹੋਈ ਸੀ ਤੇ 1 ਸਤੰਬਰ ਤੋਂ ਇਹ ਚੀਜ਼ ਲਾਗੂ ਹੋਈ ਸੀ। ਬਟ ਉਹਦੇ ਵਿੱਚ ਉਹਨਾਂ ਨੇ ਲਾਰਜ ਤੇ ਮੀਡੀਅਮ ਸਕੇਲ ਮੈਨੂਫੈਕਚਰਰਸ ਨੂੰ ਚੂਜ਼ ਕੀਤਾ ਸੀਗਾ ਐਂਡ ਉਹਨਾਂ ਨੇ ਜਿਹੜੇ ਮਾਈਕਰੋ ਯੂਨਿਟਸ ਹੈਗੇ ਬਹੁਤ ਛੋਟੀਆਂ ਕੰਪਨੀਆਂ ਆ ਉਹਨਾਂ ਨੂੰ ਇਹਦੇ ਚ ਹਲੇ ਰਿਲੈਕਸੇਸ਼ਨ ਦਿੱਤੀ ਹੈ। ਫॉर small enterprises it will be effective from 1st July 2025 and 1st October 2025 for micro enterprises। ਤੇ ਜਿਹੜੀਆਂ ਛੋਟੀਆਂ ਕੰਪਨੀਆਂ ਉਹਨਾਂ ਦੇ ਲਈ ਇਹ ਰੂਲਸ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ ਐਂਡ ਜਿਹੜੀਆਂ ਵੱਡੀਆਂ ਬਿਲਕੁਲ ਮਾਈਕਰੋ ਕੰਪਨੀਆਂ ਹੈ ਮਾਈਕਰੋ ਐਂਟਰਪ੍ਰਾਈਜ਼ਸ ਹੈ ਉਹਨਾਂ ਦੇ ਲਈ ਇਹ ਰੂਲਸ 1 ਅਕਤੂਬਰ 2025 ਤੋਂ ਸਟਾਰਟ ਹੋਣਗੇ। The QCO will now be implemented with effect from 1st April 2024। तो 1 ਅਪ੍ਰੈਲ 2024 ਤੋਂ ਇਹਨੂੰ ਲਾਗੂ ਕਰ ਦਿੱਤਾ ਜਾਊਗਾ। ਮਤਲਬ ਇਹ ਆਲਰੇਡੀ ਲਾਗੂ ਹੋ ਗਈ ਹੈ ਐਂਡ ਇਹਦੇ ਰੂਲਸ ਹੈ ਜਿਹੜੇ ਉਹ 1 ਅਪ੍ਰੈਲ 2024 ਤੋਂ ਮੰਨੇ ਜਾਣਗੇ। ਹੁਣ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਮੀਡੀਅਮ ਐਂਡ ਸਮਾਲ ਐਂਟਰਪ੍ਰਾਈਜ਼ਸ ਦਾ ਕੀ ਮਤਲਬ ਹੈ ਜਾਂ ਕੀ ਇਹਨਾਂ ਦੇ ਵਿੱਚ ਚੀਜ਼ਾਂ ਹੈਗੀਆਂ ਇਹ ਤੁਸੀਂ ਰੀਡ ਕਰ ਲਿਓ। ਨੈਕਸਟ Islamabad hosts SCO, Shanghai Cooperation Organization Council of Heads of Government meeting। The meeting हुई SCO 23rd SCO meeting हुई है इस्लामाबाद ਦੇ ਵਿੱਚ ਉੱਥੇ 16 ਅਕਤੂਬਰ 2024 ਨੂੰ in Islamabad, Pakistan, under the leadership of Pakistan Prime Minister Shehbaz Sharif। ਇਹਦੇ ਵਿੱਚ Union Minister Subramaniam Jaishankar, Ministry of External Affairs, Government of India ਇੱਥੇ present ਸੀਗੇ। He became the first Indian foreign minister to visit Pakistan in nearly a decade। ਪਿਛਲੇ 10 ਸਾਲਾਂ ਦੇ ਵਿੱਚ ਪਾਕਿਸਤਾਨ ਜਾਣ ਵਾਲੇ ਉਹ ਪਹਿਲੇ ਫੋਰਨ ਮਿਨਿਸਟਰ ਬਣੇ। Subramaniam Jaishankar। The SCO
CHG will be hosted by Russia in 2025। तो 2025 वाली ਜਿਹੜੀ ਸ਼ਾਂਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੈ ਉਹ ਅਗਲੇ ਸਾਲ ਰਸ਼ੀਆ ਦੇ ਵਿੱਚ ਹੋਗੀ। ਅਬਾਊਟ ਸ਼ਾਂਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਤੇ ਸੈਕਟਰੀ ਜਨਰਲ ਇਹਨਾਂ ਦੇ ਕੌਣ ਹੈ? ਜੈਂਗ ਮਿੰਗ। ਐਂਡ ਮੈਂਬਰਸ ਹੈਗੇ ਬੇਲਾਰਸ, चाइना, इंडिया, ईरान, कजाकिस्तान, किर्गिस्तान, पाकिस्तान, रशिया, तजाकिस्तान एंड उज्बेकिस्तान। ਇਹਦੇ ਹੈਡਕੁਆਰਟਰਸ ਆਉਂਦੇ ਪਏ ਬੀजिंग ਚਾਈਨਾ ਦੇ ਅੰਦਰ। ਦੈਨ ਇਸ ਤੋਂ ਇਲਾਵਾ ਨੈਕਸਟ ਜਿਹੜਾ WHO secured $1 billion for 2025 to 2028 with $700 million in new funding। the World Health Organization ਨੂੰ ਫਰੈਸ਼ ਜਿਹੜੇ ਲੋਨਸ ਉਹ ਮਿਲ ਗਏ $1 billion ਦਾ ਲੋਨ ਮਿਲ ਗਿਆ ਫॉर द ਨੈਕਸਟ ਬਜਟ 2025 to 2028 ਜਿਹਦੇ ਵਿੱਚੋਂ 700 ਮਿਲੀਅਨ ਹੈ ਜਿਹੜਾ ਉਹ ਨਵੀਂ ਫੰਡਿੰਗ ਦੇ ਥਰੂ ਮਿਲਿਆ। ਐਂਡ ਦ ਯੂਰਪੀਅਨ ਨੇਸ਼ਨਸ foundation and organization and the remaining 300 million was the previous commitment made by European Union and African Union। ਜਿਹੜਾ ਨਵਾਂ 700 ਮਿਲੀਅਨ ਡਾਲਰ ਮਿਲਿਆ ਉਹ ਯੂਰਪੀਅਨ ਨੇਸ਼ਨਸ ਦੀ ਕਮਿਟਮੈਂਟ ਦੇ ਅਕੋਰਡਿੰਗ ਹੈ ਐਂਡ ਜਿਹੜਾ ਪੁਰਾਣਾ ਇਹਨਾਂ ਨੂੰ 300 ਮਿਲੀਅਨ ਡਾਲਰ ਮਿਲਿਆ ਸੀਗਾ ਉਹ ਯੂਰਪੀਅਨ ਯੂਨੀਅਨ ਐਂਡ ਅਫਰੀਕਨ ਯੂਨੀਅਨ ਦੀ ਕਮਿਟਮੈਂਟ ਤੇ ਸੀ। The announcement was made during the WHO investment round signature event at Berlin, Germany। ਤੇ ਜਰਮਨੀ ਦੇ ਵਿੱਚ ਇਵੈਂਟ ਹੋਈ ਸੀ, ਉੱਥੇ ਇਸ ਚੀਜ਼ ਨੂੰ ਰਿਵੀਲ ਕੀਤਾ ਗਿਆ। Germany emerged as a major contributor to WHO funding among all the European nations। ਤੇ ਸਭ ਤੋਂ ਜ਼ਿਆਦਾ ਜਰਮਨੀ ਨੇ ਫੰਡਿੰਗ ਦਿੱਤੀ ਹੈ ਲਗਭਗ 400 ਮਿਲੀਅਨ ਡਾਲਰ ਪਿਛਲੇ 4 ਸਾਲਾਂ ਦੇ ਵਿੱਚ ਜਰਮਨੀ ਨੇ ਕੰਟਰੀਬਿਊਟ ਕੀਤਾ ਹੈ ਟੁਵਰਡਸ WHO। Other European nations like the European Union, Norway and Ireland have made a commitment of $250 million, 100 million and 30 million। The European Union ਨੇ 250 ਮਿਲੀਅਨ ਦੀ ਕਮਿਟਮੈਂਟ ਕੀਤੀ ਹੈ ਐਂਡ ਨਾਰਵੇ ਨੇ 100 ਮਿਲੀਅਨ ਤੇ ਆਇਰਲੈਂਡ ਨੇ 30 ਮਿਲੀਅਨ ਦੀ ਕਮਿਟਮੈਂਟ ਕੀਤੀ ਹੈ ਐਂਡ ਉਹ ਆਪਣਾ WHO ਦੇ ਬਜਟ ਦੇ ਵਿੱਚ ਇੰਨਾ ਕਮਿਟਮੈਂਟ ਹੈ ਜਿਹੜਾ ਉਹ ਐਡ ਕਰਨਗੇ। ਅਬਾਊਟ ਵਰਲਡ ਹੈਲਥ ਆਰਗੇਨਾਈਜੇਸ਼ਨ, ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਕੌਣ ਹੈ? ਡਾਕਟਰ ਟੈਡਰੋਸ ਅਧਾਨੋਮ ਗੈਬ੍ਰੀਯੇਸਸ, ਜੋ ਵੀ ਇਹ ਨਾਮ ਹੈਗਾ ਇਹ ਆਪਣੇ ਡਾਇਰੈਕਟਰ ਜਨਰਲ ਹੈ। ਦੈਨ ਇਹਦੇ ਹੈਡਕੁਆਰਟਰਸ ਕਿੱਥੇ ਹੈ? ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਐਸਟੈਬਲਿਸ਼ਮੈਂਟ ਕਦੋਂ ਹੋਈ ਸੀ ਇਹਦੀ? 7 ਅਪ੍ਰੈਲ 1948 ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਐਸਟੈਬਲਿਸ਼ਮੈਂਟ ਹੋਈ ਸੀ। ਦੈਨ ਉਸ ਤੋਂ ਅੱਗੇ next on the pay, RBI approved the merger of Tata Capital and Tata Motors Finance। ਤਾਂ RBI ਨੇ Tata Capital ਤੇ Tata Motors Finance ਦੀ ਜਿਹੜੀ ਮਰਜਿੰਗ ਹੈ ਮਤਲਬ ਦੋਨਾਂ ਕੰਪਨੀਆਂ ਦਾ ਇੱਕ ਹੋ ਜਾਣਾ ਉਹਨੂੰ ਪਰਮਿਸ਼ਨ ਦੇਤੀ ਹੈ। RBI has approved the merger of Tata Motors Finance Limited and Tata Capital Limited, creating the 12th largest non-banking finance company। ਤੇ ਇਹਨਾਂ ਦੋਨੋਂ ਕੰਪਨੀਆਂ ਦੇ ਜੁੜ ਜਾਣ ਦੇ ਨਾਲ ਜਿਹੜੀ ਨਿਊ ਕੰਪਨੀ ਬਣੂਗੀ ਉਹ 12ਵੀਂ ਸਭ ਤੋਂ ਵੱਡੀ ਨਾਨ ਬੈਂਕਿੰਗ ਫਾਈਨੈਂਸ ਕੰਪਨੀ ਬਣ ਗਈ ਜੋ ਕਿ ਫੰਡਿੰਗ ਪ੍ਰੋਵਾਈਡ ਕਰਦੀ ਹੈ ਲੋਕਾਂ ਨੂੰ। As a consideration for the merger, TCL will issue an equity shares to its holders of TMFL, resulting in TML effectively holding a 4.7 stake in the merged quantity। ਤੇ ਜਿਹੜਾ ਟਾਟਾ ਕੈਪੀਟਲ ਹੈ ਉਹ ਆਪਣੇ ਇਕੁਇਟੀ ਸ਼ੇਅਰਸ ਹੈ ਜਿਹੜੇ ਉਹ ਟਾਟਾ ਮੋਟਰਸ ਲਿਮਿਟਿਡ ਦੇ ਨਾਲ ਐਡ ਕਰਵਾ ਦੂਗਾ। As of 31st March 2024 ਟਾਟਾ ਸੰਸ ਕੋਲੇ ਟਾਟਾ ਕੈਪੀਟਲ ਦੀ 92% ਜਿਹੜੀ ਓਨਰਸ਼ਿਪ ਹੈਗੀ ਹੈ ਐਂਡ ਰਿਮੇਨਿੰਗ ਸ਼ੇਅਰਸ ਹੈ ਜਿਹੜੇ ਉਹ ਟਾਟਾ ਗਰੁੱਪ ਕੰਪਨੀਜ਼ ਤੇ ਟਰਸਟ ਕੋਲੇ ਹੈ। The merger received RBI approval after endorsement of Competition Commission of India। CCI ਨੇ ਇਸ ਚੀਜ਼ ਨੂੰ endorse ਕੀਤਾ। endorse ਕਰਨ ਦਾ ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਹਰੀ ਝੰਡੀ ਦਿੱਤੀ, ਗਾਰੰਟੀ ਦਿੱਤੀ ਕਿ ਇਹ ਚੀਜ਼ ਵਧੀਆ ਹੈ ਐਂਡ ਉਸ ਤੋਂ ਬਾਅਦ ਕੀ ਹੈ ਇਹ ਜਿਹੜੀ ਡੀਲ ਹੈ ਉਹਨੂੰ ਮਰਜਰ ਨੂੰ RBI ਨੇ ਕਲੀਅਰ ਕਰਤਾ। Tata Capital aims to expand its customer base, growing in the growing commercial vehicle and passenger car financing markets। The Tata Capital ਜਿਹੜਾ ਕਾਰ ਲੋਨ ਜਾਂ ਕਮਰਸ਼ੀਅਲ ਵਹੀਕਲ ਲੋਨ ਹੈ ਉਹਦੇ ਵਿੱਚ ਆਪਣਾ ਹੋਰ ਜਿਹੜਾ ਏਰੀਆ ਉਹਨੂੰ ਵਧਾਉਣਾ ਚਾਹੁੰਦਾ ਹੈ, ਕਸਟਮਰ ਬੇਸ ਹੈ ਜਿਹੜਾ ਉਹਨੂੰ ਇਨਕਰੀਜ਼ ਕਰਨਾ ਚਾਹੁੰਦਾ ਹੈ। The merger process is expected to take about 9 to 12 months, pending additional regulatory approvals ਲੈਣੇ ਪੈਣਗੇ SEBI ਤੋਂ and National Company Law Tribunal ਤੋਂ। ਇਹ ਉਹ ਕੰਪਨੀਆਂ ਹੈ ਜਿਹੜੀਆਂ ਸ਼ੇਅਰ ਮਾਰਕੀਟ ਨੂੰ ਹੋਲਡ ਮਤਲਬ ਕੰਟਰੋਲ ਐਂਡ ਰੈਗੂਲੇਟ ਕਰਦੀਆਂ ਤਾਂ ਇਹਨਾਂ ਤੋਂ ਜਦੋਂ ਇਹ ਅਪਰੂਵਲਸ ਵਗੈਰਾ ਮਿਲ ਜਾਣਗੇ ਉਸ ਤੋਂ ਬਾਅਦ ਇਹ ਦੋਨੋਂ ਕੰਪਨੀਆਂ ਆਪਸ ਚ ਮਰਜ ਹੋ ਜਾਣਗੀਆਂ ਐਂਡ ਇਹਨਾਂ ਦੇ ਸ਼ੇਅਰ ਵੀ ਹੈ ਜਿਹੜੇ ਉਹ ਵੀ ਆਪਸ ਦੇ ਵਿੱਚ ਮਰਜ ਹੋ ਜਾਣਗੇ। ਐਂਡ ਟਾਟਾ ਕੈਪੀਟਲ ਇਹ ਪਲਾਨ ਕਰਦਾ ਪਿਆ ਕਿ ਸਤੰਬਰ 2025 ਤੱਕ ਉਹ ਆਪਣੇ ਸ਼ੇਅਰਸ ਹੈ ਜਿਹੜੇ ਉਹ ਮਾਰਕੀਟ ਦੇ ਵਿੱਚ ਲਿਸਟ ਕਰਨਗੇ। RBI ਨੇ SG FinServ ਨਾਮ ਦੀ ਕੰਪਨੀ ਤੇ 28.30 ਲੱਖ ਦਾ ਫਾਈਨ ਵੀ ਲਗਾਇਆ।
RBI has imposed a monetary penalty of 28.30 lakh on SG FinServ, जो कि पुराने टाइम ते मूंगी पास सिक्योरिटीज लिमिटेड सीगा for non-compliance under specific conditions under which the company was issued certificate of registration। ਤੇ ਜਿਹੜੀਆਂ ਸ਼ਰਤਾਂ ਤੇ ਕੰਪਨੀ ਨੇ ਰਜਿਸਟ੍ਰੇਸ਼ਨ ਲਈ ਸੀ ਉਹਨਾਂ ਸ਼ਰਤਾਂ ਤੋਂ ਕੁਝ ਜਿਹੜੀਆਂ ਸ਼ਰਤਾਂ ਹੋਣਗੀਆਂ ਉਹ ਇਹਨਾਂ ਨੇ ਤੋੜੀਆਂ ਹੋਣਗੀਆਂ, ਇਸ ਕਰਕੇ ਉਹਨਾਂ ਨੂੰ ਪੈਨਲਟੀ ਲੱਗੀ ਹੈ। ਨੈਕਸਟ ਉਸ ਤੋਂ ਇਲਾਵਾ RBI ਨੇ 14 ਲੱਖ ਦਾ ਪੈਨਲਟੀ ਅਰੁਣਾਚਲ ਪ੍ਰਦੇਸ਼ ਰੂਰਲ ਬੈਂਕ ਤੇ ਵੀ ਲਗਾਈ ਹੈ। ਤਾਂ 14 ਲੱਖ ਦੀ ਜਿਹੜੀ ਪੈਨਲਟੀ ਹੈ ਇਟ ਇਜ਼ ਆਲਸੋ ਫॉर ਨਾਨ ਕੰਪਲਾਈਂਸ, ਜਿਹੜੇ ਰੂਲਸ ਮਿਲੇ ਹੋਣਗੇ ਉਹਨਾਂ ਦੇ ਅਕੋਰਡਿੰਗ ਇਹਨਾਂ ਨੇ ਵਰਕ ਨਹੀਂ ਕੀਤਾ। ਉਹ ਕਿਹਦੇ ਨਾਲ ਜੁੜੇ ਹੋਏ ਸੀਗੇ? ਪ੍ਰੋਵੀਜ਼ਨਿੰਗ, ਐਸੈਟ ਕਲਾਸੀਫਿਕੇਸ਼ਨ ਐਂਡ ਐਕਸਪੋਜ਼ਰ ਲਿਮਿਟ ਐਂਡ KYC ਦੇ ਨਾਲ ਜੁੜੇ ਹੋਏ ਇਹਨਾਂ ਦੇ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ, ਉਹਦੇ ਕਰਕੇ ਉਹਨਾਂ ਨੇ ਫਾਈਨ ਲਗਾਇਆ। ਨੈਕਸਟ, India Exim FinServ partnered with Volofin to enhance receivables finance solutions for Indian SME exporters। ਜਿਹੜੇ ਇੰਡੀਆ ਦੇ small and medium exporters ਹੈ ਉਹਨਾਂ ਦੇ ਲਈ Exim FinServ ਤੇ Volofin ਨੇ ਰਲ ਕੇ ਇੱਕ ਪਾਰਟਨਰਸ਼ਿਪ ਕੀਤੀ ਹੈ। ਤਾਂ the Gandhinagar Gujarat based India Exim FinServ IFSC private bank, the India Exim FinServ private limited ਜਿਹੜਾ ਕੰਪਨੀ ਹੈ it is a wholly owned subsidiary of Exim Bank। ਇਹ Exim Bank ਦੇ ਹੀ ਅੰਡਰ ਇਹ ਕੰਪਨੀ ਆਉਂਦੀ ਹੈ ਤੇ ਇਹਨਾਂ ਨੇ ਸਿੰਗਾਪੁਰ ਬੇਸਡ Volofin ਸਰਵਿਸਿਜ਼ ਦੇ ਨਾਲ ਰਲ ਕੇ ਇੱਕ ਪਾਰਟਨਰਸ਼ਿਪ ਕੀਤੀ ਹੈ। ਇਹ ਕੋਲੈਬੋਰੇਸ਼ਨ ਦੇ ਵਿੱਚ ਕੀ ਹੋਊਗਾ? ਜਿੰਨੇ ਵੀ ਆਪਣੇ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਹੈ ਉਹਨਾਂ ਨੂੰ ਬੈਨੀਫਿਟ ਮਿਲੂਗਾ। It will also solve major finance gaps to enable open account trading between India and trade partners। ਇੰਡੀਆ ਤੇ ਇਹਦੇ ਟ੍ਰੇਡ ਪਾਰਟਨਰਸ ਦੇ ਵਿੱਚ ਜਿਹੜਾ ਇੰਪੋਰਟ ਐਕਸਪੋਰਟ ਹੈ ਉਹਨੂੰ ਕਰਨ ਦੇ ਵਿੱਚ ਇਹਦੇ ਤੋਂ ਹੈਲਪ ਮਿਲੂਗੀ। As a part of this initiative, NIACL, New India Assurance Company Limited, supported by a global reinsurer Atradius, has introduced first of its kind finance insurance policy from Gift City, Gujarat। पहली बार NIACL ने इंश्योरर Atradius ਦੇ ਨਾਲ ਰਲ ਕੇ ਪਹਿਲੀ ਵਾਰ ਇੱਕ ਤਰ੍ਹਾਂ ਦੀ ਫਾਈਨੈਂਸ ਇੰਸ਼ੋਰੈਂਸ ਪਾਲਿਸੀ ਸਟਾਰਟ ਕੀਤੀ ਹੈ ਗੁਜਰਾਤ ਤੋਂ। then ਉਸ ਤੋਂ ਅੱਗੇ ਨੈਕਸਟ ਜਿਹੜੀ ਇੰਪੋਰਟੈਂਟ ਦੈਨ ਉਸ ਤੋਂ ਅੱਗੇ ਜਿਹੜੀ ਇੱਕ ਮੇਜਰ ਨਿਊਜ਼ ਹੈ ਉਹ ਇਹ ਹੈ ਕਿ ਇੰਡੀਆ ਨੇ ਵੀ WHO ਨੂੰ 300 ਮਿਲੀਅਨ USD ਦੀ ਹੈਲਪ ਪ੍ਰੋਵਾਈਡ ਕਰਨ ਦਾ ਵਾਅਦਾ ਕੀਤਾ ਐਂਡ ਉਹਦੇ ਵਿੱਚੋਂ 250 ਮਿਲੀਅਨ US ਹੈ ਜਿਹੜੇ ਉਹ ਟ੍ਰੈਡੀਸ਼ਨਲ ਮੈਡੀਸਿਨ ਨੂੰ ਇੰਪਰੂਵ ਕਰਨ ਦੇ ਵਿੱਚ ਯੂਜ਼ ਕੀਤੇ ਜਾਣਗੇ। ਇੰਡੀਆ ਦਾ ਲਾਰਜੈਸਟ ਗਲੋਬਲ ਕੰਟਰੀਬਿਊਟਰ ਟੂ ਦ ਵਰਲਡ ਹੈਲਥ ਆਰਗੇਨਾਈਜੇਸ਼ਨ pledged USD 300 million to support WHO's core programs from 2025 to 2028। ਜਿਹੜੀ ਨਿਊਜ਼ ਆਪਾਂ ਆਲਰੇਡੀ ਪੜ੍ਹ ਕੇ ਆਏ ਹਾਂ ਉਹਦੇ ਨਾਲ ਹੀ ਜੁੜਿਆ ਹੋਇਆ ਆ ਵੀ ਹਿੱਸਾ ਹੈ ਕਿ ਇੰਡੀਆ ਨੇ $250 ਮਿਲੀਅਨ ਜਿਹੜੇ ਹੈ ਉਹ ਹੈਲਪ ਪ੍ਰੋਵਾਈਡ ਕਰੂਗਾ 2025 ਤੋਂ ਲੈ ਕੇ 2028 ਦੇ ਵਿੱਚ। ਅਰਾਊਂਡ 250 ਮਿਲੀਅਨ will be dedicated to establishment of center of excellence for traditional medicine in ਜਾਮਨਗਰ। ਬਟ ਉਹ ਜਿਹੜੇ 250 ਮਿਲੀਅਨ ਹੈ ਉਹ ਇੰਡੀਆ ਦੇ ਹੀ ਗੁਜਰਾਤ ਜਾਮਨਗਰ ਦੇ ਵਿੱਚ ਟ੍ਰੈਡੀਸ਼ਨਲ ਮੈਡੀਸਿਨ ਨੂੰ ਇੰਪਰੂਵ ਕਰਨ ਦੇ ਵਿੱਚ ਯੂਜ਼ ਕੀਤੇ ਜਾਣਗੇ। WHO has received contribution pledges of over 2.2 billion towards a USD 7.1 billion funding gap for core programs। the 7.1 billion ਦੀ ਕਮੀ ਜਿਹੜੀ ਆਲਰੇਡੀ ਚੱਲਦੀ ਪਈ ਹੈ ਉਹਦੇ ਵਿੱਚ 2.2 ਬਿਲੀਅਨ ਦੀ ਕਮਿਟਮੈਂਟ ਆਲਰੇਡੀ ਕੰਟਰੀਜ਼ ਨੇ ਪ੍ਰੋਵਾਈਡ ਕੀਤੀ ਹੈ ਤਾਂ ਕਿ ਉਹ ਨੈਕਸਟ ਕੁਝ ਸਾਲਾਂ ਦੇ ਵਿੱਚ WHO ਨੂੰ ਇਹ ਜਿਹੜੀ ਫੰਡਿੰਗ ਹੈ ਪ੍ਰੋਵਾਈਡ ਕਰਨਗੇ।
Countries in the WHO's East Asia region have collectively committed over 345 million, with additional pledges expected from Indonesia and Bhutan. The Southeast Asian region ਦੇ ਵਿੱਚੋਂ already $345 million ਦੀ ਕਮਿਟਮੈਂਟ ਹੋ ਚੁੱਕੀ ਹੈ, ਐਂਡ ਉਹਦੇ ਵਿੱਚੋਂ ਹਲੇ ਇੰਡੋਨੇਸ਼ੀਆ ਐਂਡ ਭੂਟਾਨ ਤੋਂ ਐਕਸਪੈਕਟੇਸ਼ਨ ਹੈ ਕਿ ਉਹ ਵੀ ਬਹੁਤ ਜਲਦੀ ਆਪਣੀ ਜਿਹੜੀ ਕਮਿਟਮੈਂਟ ਹੈ ਉਹ ਸਾਹਮਣੇ ਦੇਣਗੇ। ਉਸ ਤੋਂ ਅੱਗੇ ਮਿਨਿਸਟਰੀ ਆਫ Statistics and Program Implementation ने unemployment rates भेजे हैं। The MOSPI releases unemployment rates for 2023 to 2024, highlighting trends among religious minorities. The Ministry of Statistics and Program Implementation ने periodic labor force survey ਦੇ under unemployment rates ਨੂੰ show ਕੀਤਾ ਹੈ, and ਉਹਦੇ ਵਿੱਚ show ਕੀਤਾ ਹੈ ਕਿ ਇੰਡੀਆ ਦੀਆਂ religious minorities ਦੇ ਵਿੱਚ unemployment rate ਜ਼ਿਆਦਾ ਹੈਗਾ। The periodic labor force survey provides valuable estimates of key employment and unemployment indicators. तो ਜਿਹੜਾ labor force survey है, periodic labor force survey वो इंडिया ਦੀ employment, unemployed ਤੇ employed ਲੋਕਾਂ ਦੀ ਜਿਹੜੀ ਗਿਣਤੀ ਹੈ ਉਹਨੂੰ specify ਕਰਦਾ है। About Ministry of Statistics and Program Implementation, ਤੇ ਇਹਨਾਂ ਦੇ ਇੰਚਾਰਜ ਕੌਣ ਹੈ? ਰਾਓ ਇੰਦਰਜੀਤ ਸਿੰਘ, ਜੋ ਕਿ ਗੁਰੂਗ੍ਰਾਮ ਹਰਿਆਣਾ ਤੋਂ ਹੈ। ਇਸ ਤੋਂ ਇਲਾਵਾ मेजर न्यूज इस तो अलावा कोई नहीं है। एक आ वाली इंपॉर्टेंट है, प्रेसिडेंट ऑफ इंडिया द्रौपदी मुर्मू कॉन्फर्ड 5th नेशनल वाटर अवार्ड्स फॉर ईयर 2023। ओडिशा won the best state award। the नेशनल वाटर अवार्ड्स जेडे ओडिशा ਨੂੰ ਜੋ ਫਸਟ ਪ੍ਰਾਈਜ਼ ਮਿਲਿਆ, ਜੋ ਕਿ द्रौपदी मुर्मू ने, जो कि अपने प्रेसिडेंट है, उन्होंने प्राइज है ਜਿਹੜਾ ਵਿਨਰਸ ਨੂੰ प्रेजेंट ਕੀਤਾ। ਤਾਂ ओडिशा won the first prize in the category of best state, while Uttar Pradesh secured second position, and Gujarat and Puducherry Union Territory with state legislature jointly secured the third position। तो पहले नंबर पे ओडिशा है, सेकंड नंबर पे उत्तर प्रदेश, थर्ड नंबर पे गुजरात, ते गुजरात दे नाल पौंडीचेरी भी। then उस तो अलावा मिनिस्ट्री ऑफ जल शक्ति ਜਿਹੜਾ ਉਹਦੀ इंपॉर्टेंट इन्फॉर्मेशन, तो यूनियन मिनिस्टर चंद्रकांत रघुनाथ पाटिल ਉਹਦੇ ਆਪਣੇ ਮੇਨ इंचार्ज है, एंड मिनिस्ट्री ऑफ स्टेट्स ਹੈਗੇ वी सोमन्ना, जो कि टुमकुर कर्नाटका कॉन्स्टिट्यूएंसी तो है, राजभूषण चौधरी जो कि मुजफ्फरपुर बिहार कॉन्स्टिट्यूएंसी तो है। ओके, द नेक्स्ट इंपॉर्टेंट जेडी न्यूज़ है वो हैगी आईसीसी वुमेन्स T20 वर्ल्ड कप 2024 दी। तो न्यूजीलैंड ने अपना पहला टाइटल जेड़ा साउथ अफ्रीका नु हरा के जित लिया। The New Zealand's women cricket team has won their first ever International Cricket Council ICC World Women's 2020 World Cup by defeating South Africa cricket by 32 runs in the finals, and ICC Women's T20 Cricket World Cup was held at Dubai International Cricket Stadium UAE। ਤੇ ਇਸ ਵਾਰ ਦਾ ਜਿਹੜਾ ਵਰਲਡ ਕੱਪ ਹੋਇਆ ਸੀ ਉਹ ਯੂਨਾਈਟਿਡ ਅਰਬ ਐਮੀਰੇਟਸ ਦੇ ਵਿੱਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਫਾਈਨਲ ਹੋਇਆ ਸੀ। न्यूजीलैंड ने साउथ अफ्रीका ਨੂੰ 126 रन्स ਤੇ ਹੀ ਆਲ ਆਊਟ ਕਰਤਾ, ਜਦ ਕਿ ਨਿਊਜ਼ੀਲੈਂਡ ਨੇ ਖੁਦ 158 ਜਿਹੜੀ ਰਨਸ ਹੈ ਸਕੋਰ ਕੀਤੇ ਸੀਗੇ। ਦਿਸ ਮਾਰਕਸ ਨਿਊਜ਼ੀਲੈਂਡਸ ਫਰਸਟ ਵਿਕਟਰੀ ਸਿੰਸ ਇਟਸ ਵਨ ਇੰਟਰਨੈਸ਼ਨਲ ODI ਵਰਲਡ ਕੱਪ ਇਨ 2000। ਤਾਂ 2000 ਦੇ ਵਿੱਚ ਜਿੱਤਣ ਤੋਂ ਬਾਅਦ ਇਹ ਪਹਿਲੀ ਜਿੱਤ ਹੈਗੀ ਹੈ ਉਹਨਾਂ ਦੀ T20 ਦੇ ਵਿੱਚ। The New Zealand team known as Kiwi was captained by Sophie Devine, and South African team known as Proteas was captained by Laura Wolward। Okay, ਇਸ ਤੋਂ ਇਲਾਵਾ ਇਹ ਜਿਹੜੀਆਂ ਇੰਪੋਰਟੈਂਟ ਹਾਈਲਾਈਟਸ ਹੈ ਇਹਨਾਂ ਨੂੰ ਰੀਡ ਕਰ ਲਿਓ, ਐਂਡ ਇਸੇ ਤਰ੍ਹਾਂ ਜੀਕੇ ਦੀ ਤਿਆਰੀ ਕੰਟੀਨਿਊਸਲੀ ਕਰਦੇ ਰਹੋ। ਸਪੋਰਟਸ ਦੇ ਵਿੱਚੋਂ 1 ਤੋਂ 2 ਕੁਐਸਚਨਸ ਰੈਗੂਲਰ ਆਉਂਦੇ ਆ। ਇਹ ਲਾਸਟ ਜਿਹੜਾ ਟੌਪਿਕ ਹੈ ਇਹ ਖੁਦ ਰੀਡ ਕਰੋਗੇ, ਇਹਦੇ ਵਿੱਚ ਉਹਨਾਂ ਨੇ 3 ਤੋਂ 4 ਇੰਪੋਰਟੈਂਟ ਫੈਕਟਸ ਜਿਹੜੇ ਆ ਉਹ ਇਨਕਲੂਡ ਕੀਤੇ ਆ। ਜੇ ਤੁਸੀਂ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰਦੇ ਹੋ ਤਾਂ ਆਪਣਾ ਹਾਰਡ ਵਰਕ ਪ੍ਰੋਪਰਲੀ ਉਹਦੇ ਵਿੱਚ ਲਗਾਓ, ਐਂਡ ਵਿਦਿਨ 6 to 8 months ਆਫ ਪ੍ਰੈਪਰੇਸ਼ਨ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਪ੍ਰੀਪੇਅਰ ਕਰਦੇ ਹੋ ਤਾਂ ਤੁਸੀਂ ਕੋਈ ਨਾ ਕੋਈ ਐਗਜ਼ਾਮ ਹੈ ਜਿਹੜਾ ਉਹ ਕਰੈਕ ਕਰ ਲਓਗੇ। ਜੇ ਤੁਸੀਂ ਜਾਂ ਤੁਹਾਡਾ ਕੋਈ ਫਰੈਂਡ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਪਿਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਦੀ ਜ਼ਰੂਰਤ ਹੈਗੀ ਹੈ ਤਾਂ ਉਹਨਾਂ ਨੂੰ ਨਿਊ ਹੋਰਾਈਜ਼ਨ ਅਕੈਡਮੀ ਕਪੂਰਥਲਾ ਸੁਜੈਸਟ ਕਰੋ, ਐਂਡ ਬਹੁਤ ਹੀ ਨੋਮੀਨਲ ਫੀਸ ਤੇ ਤੁਹਾਨੂੰ ਪ੍ਰੋਪਰ ਸਾਰੀ ਗਾਈਡੈਂਸ ਮਿਲੂਗੀ। ਉਸ ਤੋਂ ਇਲਾਵਾ ਕਰੰਟ ਅਫੇਅਰਸ ਦੀ ਰੈਗੂਲਰ ਤਿਆਰੀ ਕਰਨ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਥੈਂਕ ਯੂ।